ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਮੈਂ ਹਾਂ ਵਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਹਨ ਰੀਅਲ ਏਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਏਸਟੇਟ ਦੀ ਦੁਨੀਆ 'ਚ ਮੰਨਿਆ ਪਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਅਮਰੀਕਾ 'ਚ ਹੁਣ ਤੱਕ 1 ਮਿਲੀਅਨ ਤੋਂ ਵੱਧ ਲੋਕਾਂ ਨੂੰ ਕੋਵਿਡ-19 ਦਾ ਲੱਗਾ ਟੀਕਾ। ਵਿਦਿਆਰਥੀਆਂ ਲਈ ਹੋਣਗੇ ਟਿਊਸ਼ਨ ਮੁਕਤ ਕਮਿਊਨਿਟੀ ਕਾਲਜ। ਜੋ ਬਾਈਡਨ। ਮਾਈਕਲ ਜੈਕਸਨ ਦਾ ਨੈਵਰਲੈਂਡ ਰੈਂਚ $22 ਮਿਲੀਅਨ ਵਿੱਚ ਵਿਕਿਆ। ਸਿਆਟਲ 'ਚ ਕਿਸਾਨਾਂ ਦੇ ਹੱਕ ਵਿੱਚ ਭਾਰਤ ਸਰਕਾਰ ਵਿਰੁੱਧ ਤੀਸਰਾ ਵੱਡਾ ਰੋਸ ਮੁਜ਼ਾਹਰਾ। UK ਤੋਂ ਅਮਰੀਕਾ ਆਉਣ ਵਾਲੇ ਯਾਤਰੀਆਂ ਨੂੰ ਕਰਵਾਉਣਾ ਹੋਵੇਗਾ ਕੋਵਿਡ-19 ਟੈਸਟ। ਚੋਣਾਂ ਹਾਰਨ ਤੋਂ ਬਾਅਦ ਬਦਲ ਗਿਆ ਟਰੰਪ ਦਾ ਰੁਖ। $2000 ਦੇ ਰਾਹਤ ਚੈੱਕ ਤੇ ਨਹੀਂ ਕੀਤੇ ਟਰੰਪ ਨੇ ਦਸਤਖਤ। ਪੇਸ਼ ਨੇ ਹੁਣ ਖਬਰਾਂ ਵਿਸਥਾਰ ਨਾਲ। ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਕੈਲੀਫੋਰਨੀਆ ਦੇ ਸ਼ਹਿਰ ਸਾਨ ਫਰਾਂਸਿਸਕੋ ਵਿਖੇ ਭਾਰਤੀ ਕੌਂਸਲੇਟ ਦੇ ਬਾਹਰ ਇੱਕ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਵਿੱਚ ਕੈਲੀਫੋਰਨੀਆ ਭਰ ਤੋਂ ਲੋਕ ਪਹੁੰਚੇ ਅਤੇ ਭਾਰਤ ਸਰਕਾਰ ਵੱਲੋਂ ਬਣਾਏ ਗਏ 3 ਕਿਸਾਨ ਵਿਰੋਧੀ ਬਿੱਲਾਂ ਦਾ ਡਟ ਕੇ ਵਿਰੋਧ ਕੀਤਾ। ਕੌਂਸਲੇਟ ਦਫ਼ਤਰ ਦੇ ਸਾਹਮਣੇ ਇੱਕ ਵਿਸ਼ਾਲ ਸਟੇਜ ਸਥਾਪਿਤ ਕੀਤੀ ਗਈ। ਭਾਰਤ ਵਿੱਚ ਅੰਦੋਲਨ ਕਰ ਰਹੇ ਕਿਸਾਨਾਂ ਦੀ ਚੜ੍ਹਦੀ ਕਲਾ ਲਈ ਪਹਿਲਾਂ ਅਰਦਾਸ ਕੀਤੀ ਗਈ। ਉਪਰੰਤ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਭਾਰਤ ਸਰਕਾਰ ਨੂੰ ਕਿਹਾ ਗਿਆ ਕਿ ਕਿਸਾਨ ਵਿਰੋਧੀ ਬਿੱਲ ਤੇ ਜਲਦ ਤੋਂ ਜਲਦ ਰੱਦ ਕੀਤੇ ਜਾਣ। ਇਸ ਦੌਰਾਨ ਇਹਨਾਂ ਬਿੱਲਾਂ ਦੇ ਵਿਰੁੱਧ ਵਿੱਚ ਨਾਅਰੇਬਾਜ਼ੀ ਕੀਤੀ ਗਈ ਅਤੇ ਜੈਕਾਰੇ ਛੱਡੇ ਗਏ। ਕੋਰੋਨਾ ਵਾਇਰਸ ਨੂੰ ਰੋਕਣ ਲਈ ਟੀਕਾਕਰਨ ਦੀ ਮੁਹਿੰਮ ਜ਼ੋਰਾਂ ਸ਼ੋਰਾਂ ਤੇ ਚੱਲ ਰਹੀ ਹੈ। ਆਪਰੇਸ਼ਨ ਵਾਰਪ ਸਪੀਡ ਦੇ ਅਧਿਕਾਰੀ ਜਨਰਲ ਗਸ ਪੇਰਨਾ ਨੇ ਪ੍ਰੈਸ ਕਾਨਫਰੰਸ 'ਚ ਦੱਸਿਆ ਕਿ ਸਾਰੇ ਸੂਬਿਆਂ 'ਚ ਟੀਕੇ ਦੀ ਖੁਰਾਕ ਦੇਣ ਦੀ ਰਫ਼ਤਾਰ ਚੰਗੀ ਹੈ ਅਤੇ ਕਾਫੀ ਗਿਣਤੀ 'ਚ ਲੋਕਾਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਨਾਲ ਜੁੜੇ ਇੱਕ ਉੱਚ ਅਧਿਕਾਰੀ ਨੇ ਦੱਸਿਆ ਕਿ ਜਨਵਰੀ ਦੇ ਪਹਿਲੇ ਹਫ਼ਤੇ ਤੱਕ ਕੋਵਿਡ-19 ਤੋਂ ਬਚਾਅ ਲਈ ਟੀਕੇ ਦੀਆਂ 2 ਕਰੋੜ ਖੁਰਾਕਾਂ ਮੁਹੱਈਆ ਕਰਵਾਉਣ ਲਈ ਕੰਮ ਕੀਤਾ ਜਾ ਰਿਹਾ ਹੈ, ਪਰ ਕਿੰਨੀ ਜਲਦੀ ਲੋਕਾਂ ਨੂੰ ਇਹ ਟੀਕਾ ਲਗਾਇਆ ਜਾ ਸਕੇਗਾ ਇਹ ਸਪਸ਼ਟ ਨਹੀਂ ਹੈ। ਹਾਲਾਂਕਿ ਅਮਰੀਕਾ 'ਚ ਟੀਕਾਕਰਨ ਮੁਹਿੰਮ ਲਈ ਮੁੱਖ ਵਿਗਿਆਨਕ ਸਲਾਹਕਾਰ ਨੇ ਕਿਹਾ, ਅਸੀਂ ਜੋ ਸੋਚਿਆ ਸੀ ਉਸ ਦੇ ਮੁਕਾਬਲੇ 'ਚ ਚਾਲ ਕੁਝ ਘੱਟ ਹੈ। ਹਾਲਾਂਕਿ ਹੁਣ ਤੱਕ 1 ਮਿਲੀਅਨ ਤੋਂ ਵੱਧ ਅਮਰੀਕੀ ਲੋਕਾਂ ਨੂੰ ਕੋਵਿਡ-19 ਟੀਕਾ ਲਗਾਇਆ ਜਾ ਚੁੱਕਾ ਹੈ। ਦੱਸ ਦਈਏ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਅਮਰੀਕਾ 'ਚ ਦਵਾਈ ਕੰਪਨੀ ਫਾਈਜ਼ਰ, ਬਾਇਓਨਟੈਕ ਅਤੇ ਮੋਡਰਨਾ ਦੇ ਟੀਕੇ ਦੀ ਸਪਲਾਈ ਕੀਤੀ ਜਾ ਰਹੀ ਹੈ। ਸਭ ਤੋਂ ਪਹਿਲਾਂ ਬ੍ਰਿਟੇਨ ਨੇ ਫਾਈਜ਼ਰ ਦੇ ਟੀਕੇ ਨੂੰ ਮਨਜ਼ੂਰੀ ਦਿੱਤੀ ਸੀ। ਇਸ ਮਗਰੋਂ EU ਵਿੱਚ ਇਸ ਦੀ ਖੇਪ ਪਹੁੰਚ ਗਈ ਹੈ। ਕੈਨੇਡਾ ਵੀ ਇਸ ਨੂੰ ਮਨਜ਼ੂਰੀ ਦੇ ਚੁੱਕਾ ਹੈ। ਅਮਰੀਕਾ ਵਿੱਚ ਉੱਚ ਸਿੱਖਿਆ ਨੂੰ ਪ੍ਰਫੁੱਲਤ ਕਰਨ ਲਈ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਨੇ ਬੁੱਧਵਾਰ ਨੂੰ ਇੱਕ ਟਵੀਟ ਵਿੱਚ ਕਮਿਊਨਿਟੀ ਕਾਲਜਾਂ ਨੂੰ ਟਿਊਸ਼ਨ ਮੁਕਤ ਬਣਾਉਣ ਦਾ ਵਾਅਦਾ ਕੀਤਾ। ਬਾਈਡਨ ਮੁਤਾਬਕ ਇਸ 21ਵੀਂ ਸਦੀ 'ਚ ਦੇਸ਼ ਦੀਆਂ ਕਿੱਤਾ ਮੁਖੀ ਮੰਗਾਂ ਲਈ ਇੱਕ ਹਾਈ ਸਕੂਲ ਡਿਪਲੋਮਾ ਹੁਣ ਕਾਫੀ ਨਹੀਂ ਹੈ। ਇਸ ਲਈ ਬਾਈਡਨ ਹੈਰਿਸ ਦੀ ਯੋਜਨਾ ਤਹਿਤ ਕਮਿਊਨਿਟੀ ਕਾਲਜਾਂ ਨੂੰ ਮੁਫਤ ਕੀਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਪਬਲਿਕ ਕਾਲਜ ਅਤੇ ਯੂਨੀਵਰਸਿਟੀਆਂ ਇੱਕ ਸਾਲ ਵਿੱਚ $1,25,000 ਤੋਂ ਘੱਟ ਕਮਾਈ ਕਰਨ ਵਾਲੇ ਪਰਿਵਾਰਾਂ ਲਈ ਟਿਊਸ਼ਨ ਮੁਕਤ ਹੋਣਗੇ। ਸੈਨੇਟਰ ਚਾਰਲਸ ਚੂਮਰ ਨੇ ਵੀ ਬਾਈਡਨ ਨੂੰ ਦਿੱਤੀ ਦਬਾਅ ਦਾ ਸਾਹਮਣਾ ਕਰ ਰਹੇ ਅਮਰੀਕੀ ਵਿਦਿਆਰਥੀਆਂ ਦੀ ਸਹਾਇਤਾ ਕਰਨ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਕਾਂਗਰਸ ਵਿਚਲੇ ਬਾਈਡਨ ਸਹਿਯੋਗੀ ਲੋਕਾਂ ਨੇ ਵੀ ਕੁਝ ਸਮੇਂ ਤੋਂ ਨਵੇਂ ਪ੍ਰਸ਼ਾਸਨ ਦੁਆਰਾ ਉਠਾਏ ਜਾਣ ਵਾਲੇ ਇਸ ਤਰ੍ਹਾਂ ਦੇ ਉਪਾਅ ਲਈ ਦਬਾਅ ਪਾਇਆ ਗਿਆ ਸੀ। ਇਸ ਮਹੀਨੇ ਦੀ ਸ਼ੁਰੂਆਤ ਵਿੱਚ ਸਚੂਮਰ ਨੇ ਵਿਦਿਆਰਥੀਆਂ ਦੇ ਕਰਜ਼ੇ ਨੂੰ ਖਤਮ ਕਰਨ ਦੀ ਮੰਗ ਕਰਦਿਆਂ ਵਿਦਿਆਰਥੀਆਂ ਵੱਲੋਂ ਬਕਾਇਆ ਰੱਖੇ ਗਏ $9 ਬਿਲੀਅਨ ਵੱਲ ਇਸ਼ਾਰਾ ਕੀਤਾ ਸੀ। ਬਾਈਡਨ ਦੇ ਵੈਬ ਪੇਜ ਮੁਤਾਬਕ ਇਹ ਸਾਰੇ ਪ੍ਰਸਤਾਵ ਰਾਜਾਂ ਦੇ ਨਾਲ ਸਕੂਲ ਪ੍ਰਬੰਧ ਅਤੇ ਸਟਾਫ ਦੀ ਭਾਈਵਾਲੀ ਵਿੱਚ ਲਾਗੂ ਕੀਤੇ ਜਾਣਗੇ। ਕੈਲੀਫੋਰਨੀਆ 'ਚ ਸਥਿਤ ਮਾਈਕਲ ਜੈਕਸਨ ਦੀ ਮਸ਼ਹੂਰ ਜਾਇਦਾਦ ਨੈਵਰਲੈਂਡ ਰੈਂਚ ਅਖੀਰ ਵਿਕ ਹੀ ਗਈ ਹੈ। ਅਮਰੀਕੀ ਪੌਪ ਸਟਾਰ ਦੀ ਮੌਤ ਤੋਂ ਤਕਰੀਬਨ 10 ਸਾਲ ਬਾਅਦ ਜੈਕਸਨ ਦੇ ਸਾਬਕਾ ਪਰਿਵਾਰਕ ਦੋਸਤ ਅਰਬਪਤੀ ਨਿਵੇਸ਼ਕ ਰੋਨ ਬੁਰਕਲ ਨੇ ਹਾਲ ਹੀ ਵਿੱਚ 2700 ਏਕੜ ਵਿੱਚ ਫੈਲੀ ਇਸ ਜਾਇਦਾਦ ਨੂੰ ਖਰੀਦਿਆ ਹੈ। ਵਾਲ ਸਟਰੀਟ ਜਰਨਲ ਦੇ ਅਨੁਸਾਰ ਜਨਤਕ ਰਿਕਾਰਡਾਂ ਅਨੁਸਾਰ ਇਹ ਪ੍ਰਾਪਰਟੀ $22 ਮਿਲੀਅਨ ਵਿੱਚ ਵੇਚੀ ਗਈ ਹੈ, ਜਿਸ ਦੀ ਕੀਮਤ 2016 ਵਿੱਚ $100 ਮਿਲੀਅਨ ਅਤੇ 2017 ਵਿੱਚ ਘਟ ਕੇ $67 ਮਿਲੀਅਨ ਤੇ ਆ ਗਈ ਸੀ। ਬੁਰਕਲ ਦੇ ਇੱਕ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕਾਰੋਬਾਰੀ ਨੇ ਜਾਇਦਾਦ ਨੂੰ ਲੈਂਡ ਬੈਂਕਿੰਗ ਦੇ ਮੌਕੇ ਲਈ ਲਿਆ ਹੈ। ਬੁਰਕਲ ਨੇ ਕਿਸੇ ਹੋਰ ਜਗ੍ਹਾ ਨੂੰ ਵੇਖਦੇ ਹੋਏ ਇਸ ਜਾਇਦਾਦ ਨੂੰ ਧਿਆਨ ਵਿੱਚ ਕੀਤਾ ਅਤੇ ਵਿਕਰੀ ਤੇ ਮੋਹਰ ਲਗਾਉਣ ਲਈ ਰੀਅਲ ਅਸਟੇਟ ਨਿਵੇਸ਼ ਕੰਪਨੀ ਕਲੋਕੀ ਕੈਪੀਟਲ LLC ਦੇ ਸੰਸਥਾਪਕ ਟੌਮ ਬੈਰਕ ਨਾਲ ਸੰਪਰਕ ਕੀਤਾ। ਜੈਕਸਨ ਨੇ ਸਨ 1988 ਵਿੱਚ ਲਾਸ ਐਂਜਲਸ ਤੋਂ ਲਗਭਗ 120 ਮੀਲ ਉੱਤਰ 'ਚ ਸੈਂਟਾ ਬਾਰਬਰਾ ਦੇ ਨੇੜੇ ਲਾਸ ਓਲਵਿਸੋ ਵਿੱਚ $19.5 ਮਿਲੀਅਨ ਕੀਮਤ ਨਾਲ ਇਹ ਜਾਇਦਾਦ ਖਰੀਦੀ ਸੀ।
ਲਗਭਗ 12,500 ਵਰਗ ਫੁੱਟ ਮੁੱਖ ਨਿਵਾਸ ਅਤੇ ਇੱਕ 3,700 ਵਰਗ ਫੁੱਟ ਪੂਲ ਘਰ ਤੋਂ ਇਲਾਵਾ ਇਸ ਜਾਇਦਾਦ ਦੀ ਅਲੱਗ ਇਮਾਰਤ ਵਿੱਚ ਇੱਕ 50 ਸੀਟਾਂ ਵਾਲਾ ਫਿਲਮ ਥੀਏਟਰ ਅਤੇ ਇੱਕ ਡਾਂਸ ਸਟੂਡੀਓ ਵੀ ਮੌਜੂਦ ਹੈ। ਇਸ ਪ੍ਰਾਪਰਟੀ ਦਾ ਨਵਾਂ ਮਾਲਕ ਬੁਰਕਲ ਸੋਹੇ ਹਾਊਸ ਦਾ ਸ਼ੇਅਰ ਧਾਰਕ ਅਤੇ ਨਿਵੇਸ਼ ਫਰਮ ਯੂਕਾਈਪਾ ਦਾ ਸਹਿਬਾਨੀ ਹੈ, ਜਿਸ ਦੀਆਂ ਨਿਊਯਾਰਕ, ਲੰਡਨ, ਲਾਸ ਏਂਜਲਸ ਅਤੇ ਹਾਂਗਕਾਂਗ ਵਿੱਚ ਵੀ ਜਾਇਦਾਦਾਂ ਹਨ। ਸਿਆਟਲ ਦੇ ਨੌਜਵਾਨਾਂ, ਵਿਦਿਆਰਥੀਆਂ ਤੇ ਕਿਸਾਨਾਂ ਨਾਲ ਸੰਬੰਧਿਤ ਪਰਿਵਾਰਾਂ ਨੇ ਮਿਲ ਕੇ ਕਿਸਾਨਾਂ ਦੇ ਹੱਕ ਵਿੱਚ ਅਤੇ ਭਾਰਤ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ ਕੈਂਟ ਦੇ ਪਾਰਕਿੰਗ ਲਾਟ ਵਿੱਚ ਆਯੋਜਿਤ ਕੀਤਾ, ਜਿੱਥੇ ਸਿਆਟਲ ਦੇ ਸਿਆਸਤਦਾਨਾਂ, ਬੁੱਧੀਜੀਵੀਆਂ ਤੇ ਕਿਸਾਨਾਂ ਦੇ ਹਮਦਰਦ ਲੋਕਾਂ ਨੇ ਸੰਬੋਧਨ ਕੀਤਾ। ਉਹਨਾਂ ਦੱਸਿਆ ਕਿ ਦਿੱਲੀ ਵਿੱਚ ਕਿਸਾਨਾਂ ਨੂੰ ਆਪਣੀਆਂ ਹੱਕਾਂ ਮੰਗਾਂ ਨੂੰ ਲੈ ਕੇ ਅੰਦੋਲਨ ਚਲਾ ਰੱਖਿਆ ਹੈ ਅਤੇ ਮੰਗ ਕਰ ਰਹੇ ਹਨ ਕਿ ਕਿਸਾਨ ਵਿਰੋਧੀ ਤਿੰਨੇ ਪਾਸ ਕੀਤੇ ਬਿੱਲ ਰੱਦ ਹੋਣੇ ਚਾਹੀਦੇ ਨੇ, ਪਰੰਤੂ ਸਰਕਾਰ ਆਪਣੀ ਜਿੱਦ ਤੇ ਅੜੀ ਹੋਈ ਹੈ ਕਿ ਬਿੱਲ ਰੱਦ ਨਹੀਂ ਹੋ ਸਕਦੇ। ਭਾਰਤ ਏਕਤਾ ਕਿਸਾਨ ਯੂਨੀਅਨ ਜਿੰਦਾਬਾਦ ਅਤੇ ਜੈ ਜਵਾਨ ਜੈ ਕਿਸਾਨ ਦੇ ਨਾਰੇ ਲਗਾਏ ਗਏ। ਲੋਕਾਂ ਵਿੱਚ ਭਾਰੀ ਜੋਸ਼ ਨਜ਼ਰ ਆ ਰਿਹਾ ਸੀ। ਬਾਰਿਸ਼ ਹੁੰਦੇ ਹੋਏ ਵੀ ਰੋਸ ਮੁਜ਼ਾਹਰਾ ਚੱਲਦਾ ਰਿਹਾ। ਅਖੀਰ ਵਿੱਚ ਟਰੱਕਾਂ, ਕਾਰਾਂ, ਗੱਡੀਆਂ ਦਾ 5 ਮੀਲ ਦਾ ਕਾਫਲਾ ਰੋਸ ਮੁਜ਼ਾਹਰੇ 'ਚ ਸਿਆਟਲ ਡਾਊਨਟਾਊਨ ਪਹੁੰਚਿਆ, ਜਿੱਥੇ ਅਮਰੀਕਨ ਲੋਕਾਂ ਨੇ ਕਾਫਲਾ ਵੇਖ ਕੇ ਸਮੱਸਿਆ ਬਾਰੇ ਜਾਣਿਆ ਅਤੇ ਵੱਖ-ਵੱਖ ਧਰਮਾਂ, ਜਾਤਾਂ, ਰੰਗਾਂ ਦੇ ਲੋਕਾਂ ਨੇ ਸਮਰਥਨ ਦੇਣ ਦਾ ਪ੍ਰਣ ਕੀਤਾ। ਪ੍ਰਵਾਸੀ ਲੋਕਾਂ ਦੀ ਮੰਗ ਹੈ ਕਿ ਭਾਰਤ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ, ਕਿਉਂਕਿ 80% ਭਾਰਤ ਦੇ ਲੋਕ ਕਿਸਾਨੀ ਧੰਦੇ ਨਾਲ ਸੰਬੰਧਿਤ ਹਨ, ਜਿਨ੍ਹਾਂ ਦੇ ਰਿਸ਼ਤੇਦਾਰ, ਬੱਚੇ ਜਾਂ ਭੈਣ ਭਰਾ ਵਿਦੇਸ਼ਾਂ 'ਚ ਵੱਸ ਰਹੇ ਹਨ। ਸਿਆਟਲ ਦਾ ਰੋਸ ਮੁਜ਼ਾਹਰਾ ਸ਼ਾਂਤੀਪੂਰਵਕ ਰਿਹਾ, ਜਿਸ ਦੇ ਨੌਜਵਾਨ ਵਧਾਈ ਦੇ ਪਾਤਰ ਹਨ। ਅਮਰੀਕੀ ਪ੍ਰਸ਼ਾਸਨ ਵੱਲੋਂ ਕੋਰੋਨਾ ਵਾਇਰਸ ਪ੍ਰਤੀ ਸੁਰੱਖਿਆ ਕਾਰਨਾਂ ਕਰਕੇ ਯੂਕੇ ਤੋਂ ਹਵਾਈ ਯਾਤਰਾ ਰਾਹੀਂ ਦੇਸ਼ ਵਿੱਚ ਆਉਣ ਵਾਲੇ ਮੁਸਾਫਰਾਂ ਲਈ ਕੋਰੋਨਾ ਵਾਇਰਸ ਦਾ ਨੈਗੇਟਿਵ ਟੈਸਟ ਜ਼ਰੂਰੀ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਸੈਂਟਰਸ ਫਾਰ ਡਾਇਜ਼ੀਜ਼ ਕੰਟਰੋਲ ਨੇ ਵੀਰਵਾਰ ਦੇਰ ਰਾਤ ਐਲਾਨ ਕੀਤਾ ਕਿ ਸੰਯੁਕਤ ਰਾਜ ਨੂੰ ਯੂਨਾਈਟਿਡ ਕਿੰਗਡਮ ਤੋਂ ਯਾਤਰਾ ਕਰਨ ਵਾਲੇ ਹਵਾਈ ਯਾਤਰੀਆਂ ਲਈ ਰਵਾਨਗੀ ਤੋਂ 72 ਘੰਟਿਆਂ ਦੇ ਅੰਦਰ ਇੱਕ ਨਕਾਰਾਤਮਕ ਕੋਰੋਨਾ ਵਾਇਰਸ ਟੈਸਟ ਕਰਵਾਉਣ ਦੀ ਜ਼ਰੂਰਤ ਹੋਵੇਗੀ। ਅਮਰੀਕੀ ਪ੍ਰਸ਼ਾਸਨ ਵੱਲੋਂ ਇਹ ਫੈਸਲਾ ਲੰਡਨ ਅਤੇ ਯੂਕੇ ਦੇ ਹੋਰ ਖੇਤਰਾਂ ਵਿੱਚ ਕੋਰੋਨਾ ਵਾਇਰਸ ਦੇ ਇੱਕ ਨਵੇਂ ਰੂਪ ਦੇ ਤੇਜ਼ੀ ਨਾਲ ਫੈਲਣ ਤੇ ਬ੍ਰਿਟਿਸ਼ ਯਾਤਰੀਆਂ ਉੱਪਰ ਕਈ ਦੇਸ਼ਾਂ ਵੱਲੋਂ ਪਾਬੰਦੀ ਲਗਾਉਣ ਤੋਂ ਬਾਅਦ ਲਿਆ ਗਿਆ। ਇਸ ਹਫ਼ਤੇ ਦੇ ਸ਼ੁਰੂ ਵਿੱਚ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਕਿ ਕੋਰੋਨਾ ਵਾਇਰਸ ਦਾ ਸਾਹਮਣੇ ਆਇਆ ਨਵਾਂ ਰੂਪ 70% ਵਧੇਰੇ ਵਾਇਰਸ ਦਾ ਪ੍ਰਸਾਰ ਕਰ ਸਕਦਾ ਹੈ ਅਤੇ ਇਹ ਲੰਡਨ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਤੇਜ਼ੀ ਨਾਲ ਲਾਗ ਫੈਲਣ ਦਾ ਕਾਰਨ ਬਣ ਰਿਹਾ ਹੈ। CDC ਦੇ ਅਨੁਸਾਰ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਇਹਨਾਂ ਹੁਕਮਾਂ ਤੇ ਸ਼ੁੱਕਰਵਾਰ ਨੂੰ ਦਸਤਖਤ ਕੀਤੇ ਜਾਣ ਦੀ ਸੰਭਾਵਨਾ ਹੈ ਅਤੇ ਇਹ ਹੁਕਮ 28 ਦਸੰਬਰ ਨੂੰ ਲਾਗੂ ਹੋਣਗੇ। ਇਹਨਾਂ ਨਿਯਮਾਂ ਸੰਬੰਧੀ CDC ਦੇ ਬਿਆਨ ਅਨੁਸਾਰ ਯਾਤਰੀਆਂ ਲਈ ਇਹਨਾਂ ਟੈਸਟਾਂ ਦੀ ਜ਼ਰੂਰਤ ਅਮਰੀਕੀ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਦੇਸ਼ ਦੀ ਸੁਰੱਖਿਆ ਨੂੰ ਮਜ਼ਬੂਤ ਕਰੇਗੀ। ਉੱਤਰ ਪੱਛਮ ਅਰੰਕਸਾਸ ਵਿੱਚ 2 ਬੀਬੀਆਂ ਅਤੇ 3 ਕੁੜੀਆਂ ਇੱਕ ਘਰ ਵਿੱਚ ਮ੍ਰਿਤਕ ਪਾਈਆਂ ਗਈਆਂ। ਅਧਿਕਾਰੀ ਇਸ ਨੂੰ ਕਤਲ ਦਾ ਮਾਮਲਾ ਮੰਨ ਕੇ ਜਾਂਚ ਕਰ ਰਹੇ ਹਨ। ਪੌਪ ਕਾਉਂਟੀ ਦੇ ਸ਼ੈਰਿਫ ਸ਼ੇਨ ਜੋਨਸ ਨੇ ਦੱਸਿਆ ਕਿ ਅਧਿਕਾਰੀਆਂ ਕੋਲ ਸ਼ੁੱਕਰਵਾਰ ਸ਼ਾਮ ਨੂੰ ਇੱਕ ਫੋਨ ਕਾਲ ਆਇਆ ਸੀ, ਜਿਸ ਦੇ ਬਾਰੇ ਵਿੱਚ ਪਤਾ ਲਗਾਉਣ ਦੌਰਾਨ ਏਟਿੰਗਸ ਦੇ ਇੱਕ ਘਰ ਵਿੱਚ 5 ਲੋਕਾਂ ਦੀਆਂ ਲਾਸ਼ਾਂ ਮਿਲੀਆਂ। ਉਹਨਾਂ ਨੇ ਦੱਸਿਆ ਕਿ ਮਰਨ ਵਾਲਿਆਂ ਦੀ ਉਮਰ 8 ਸਾਲ ਤੋਂ 50 ਸਾਲ ਦੇ ਵਿੱਚ ਹੈ ਅਤੇ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਸਾਰੇ ਰਿਸ਼ਤੇਦਾਰ ਸਨ। ਜੌਨਸ ਨੇ ਸ਼ਨੀਵਾਰ ਨੂੰ ਪੱਤਰਕਾਰ ਸੰਮੇਲਨ ਵਿੱਚ ਕਿਹਾ ਕਿ ਅਧਿਕਾਰੀਆਂ ਨੂੰ ਇਸ ਮਾਮਲੇ ਵਿੱਚ ਹਾਲੇ ਕਿਸੇ ਤੇ ਸ਼ੱਕ ਨਹੀਂ ਹੈ, ਭਾਵੇਂ ਕਿ ਉਹਨਾਂ ਨੇ ਇਹ ਵੀ ਦੱਸਿਆ ਕਿ ਕੁਝ ਲੋਕਾਂ ਨੂੰ ਗੋਲੀ ਮਾਰੀ ਗਈ ਹੈ। ਉਹਨਾਂ ਨੇ ਕਿਹਾ, ਸਾਡਾ ਮੰਨਣਾ ਹੈ ਕਿ ਇਸ ਘਟਨਾ ਦਾ ਕਾਰਨ ਘਰੇਲੂ ਵਿਵਾਦ ਹੋ ਸਕਦਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਰੀਆਂ ਜ਼ਿੰਮੇਵਾਰੀਆਂ ਤੋਂ ਪੱਲਾ ਝਾੜ ਕੇ ਫਲੋਰੀਡਾ 'ਚ ਗੋਲਫ ਖੇਡਦੇ ਹੋਏ ਕ੍ਰਿਸਮਸ ਮਨਾਇਆ। ਆਰਥਿਕ ਸਮੱਸਿਆਵਾਂ ਨਾਲ ਘਿਰੇ ਅਮਰੀਕੀਆਂ ਲਈ ਕੋਵਿਡ-19 ਰਾਹਤ ਅਤੇ ਸਰਕਾਰੀ ਫੰਡਿੰਗ ਬਿੱਲ ਨੂੰ ਛੱਡ ਕੇ ਉਹ ਪੀਮ ਬੀਚ 'ਚ ਛੁੱਟੀਆਂ ਮਨਾਉਣ ਜਾ ਪਹੁੰਚੇ। ਇਸ ਕਾਰਨ ਲੱਖਾਂ ਅਮਰੀਕੀਆਂ ਨੂੰ ਰਾਹਤ ਚੈੱਕ ਨਹੀਂ ਮਿਲੇਗਾ ਅਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਕੋਰੋਨਾ ਮਹਾਮਾਰੀ ਵਿਚਾਲੇ ਲੋਕਾਂ ਦੀਆਂ ਦਿੱਕਤਾਂ ਵੱਧ ਜਾਣਗੀਆਂ। ਵਾਈਟ ਹਾਊਸ ਨੇ ਰਾਸ਼ਟਰਪਤੀ ਟਰੰਪ ਦੇ ਪ੍ਰੋਗਰਾਮ ਦਾ ਵੇਰਵਾ ਸਾਂਝਾ ਕਰਨ ਤੋਂ ਮਨਾ ਕਰ ਦਿੱਤਾ, ਜਦਕਿ ਉਹਨਾਂ ਨੂੰ ਦੱਖਣੀ ਕੈਰੋਲੀਨਾ ਕੇ ਸੀਨੇਟਰ ਲਿੰਡਸੇ ਗ੍ਰਾਹਮ ਨਾਲ ਸ਼ੁੱਕਰਵਾਰ ਨੂੰ ਗੋਲਫ ਖੇਡਦੇ ਹੋਏ ਲੋਕਾਂ ਨੇ ਦੇਖਿਆ। ਵਾਈਟ ਹਾਊਸ ਦੇ ਬੁਲਾਰੇ ਜ਼ੈਡ ਡੀਅਰ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਨੂੰ ਸ਼ੁੱਕਰਵਾਰ ਸਵੇਰੇ ਨੈਸ਼ਵਿਲ ਸ਼ਹਿਰ 'ਚ ਹੋਏ ਧਮਾਕੇ ਦੀ ਜਾਣਕਾਰੀ ਦਿੱਤੀ ਗਈ ਸੀ, ਜੋ ਅਧਿਕਾਰੀਆਂ ਮੁਤਾਬਕ ਇਹ ਇੱਕ ਸਾਜ਼ਿਸ਼ ਹੈ, ਪਰ ਰਾਸ਼ਟਰਪਤੀ ਨੇ ਕਈ ਘੰਟਿਆਂ ਤੱਕ ਇਸ ਮੁੱਦੇ ਤੇ ਜਨਤਕ ਤੌਰ ਤੇ ਇੱਕ ਸ਼ਬਦ ਤੱਕ ਨਹੀਂ ਕਿਹਾ। ਸਾਲ ਦੇ ਆਖਿਰ 'ਚ ਸਪੈਂਡਿੰਗ ਬਿੱਲ ਆਮ ਅਮਰੀਕੀਆਂ ਨੂੰ $600 ਤੋਂ ਵਧਾ ਕੇ $2000 ਦਾ ਰਾਹਤ ਚੈੱਕ ਦਿੱਤੇ ਜਾਣ ਨਾਲ ਜੁੜਿਆ ਹੈ ਅਤੇ ਜਿਸ ਤੇ ਉਹਨਾਂ ਦੀ ਆਪਣੀ ਪਾਰਟੀ ਦੇ ਮੈਂਬਰ ਵੀ ਸਹਿਮਤ ਹਨ। ਫਿਲਹਾਲ ਟਰੰਪ ਦੇ ਕਾਰਨ ਬਿੱਲ ਵਿਚਾਲੇ ਹੀ ਅਟਕਿਆ ਹੋਇਆ ਹੈ। $1.4 ਟ੍ਰਿਲੀਅਨ ਦੀ ਇਸ ਡੀਲ ਤੇ ਜੇਕਰ ਟਰੰਪ ਨੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਤਾਂ ਫੈਡਰਲ ਸਰਕਾਰਾਂ ਨੂੰ ਬਹੁਤ ਨੁਕਸਾਨ ਝੱਲਣਾ ਪਵੇਗਾ। ਆਮ ਨਾਗਰਿਕਾਂ ਨੂੰ ਦਿੱਤੇ ਜਾਣ ਵਾਲੇ ਰਾਹਤ ਚੈੱਕ ਦੇ ਨਾਲ-ਨਾਲ ਬੇਰੁਜ਼ਗਾਰਾਂ ਨੂੰ ਦਿੱਤੀ ਜਾਣ ਵਾਲੀ ਮਦਦ ਰੁਕ ਜਾਵੇਗੀ।
ਕੋਵਿਡ ਦੇ ਲਈ ਦਿੱਤੇ ਜਾਣ ਵਾਲੇ ਬਿੱਲ ਨੂੰ ਰੋਕਣ ਦੇ ਕਦਮ ਨੂੰ ਟਰੰਪ ਵੱਲੋਂ ਦਿੱਤੀ ਸਿਆਸੀ ਚਾਲ ਦਾ ਰੂਪ ਦੇਖਿਆ ਜਾ ਰਿਹਾ ਹੈ। ਕੈਨੇਡਾ ਦੇ ਓਨਟਾਰੀਓ ਵਿੱਚ ਕੋਰੋਨਾ ਵਾਇਰਸ ਦੇ ਉਸ ਨਵੇਂ ਰੂਪ ਮੁਤਾਬਕ ਸਟ੍ਰੇਨ ਦੇ 2 ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਦਾ ਬ੍ਰਿਟੇਨ ਵਿੱਚ ਹਾਲ ਹੀ ਵਿੱਚ ਪਤਾ ਚੱਲਿਆ ਹੈ। ਓਨਟਾਰੀਓ ਸੰਯੁਕਤ ਮੁੱਖ ਸਿਹਤ ਮੈਡੀਕਲ ਅਧਿਕਾਰੀ ਡਾਕਟਰ ਬਾਰਬਰਾ ਯਾਫ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਡਰਹਮ ਵਸਨੀਕ ਜਿਹੜੇ ਜੋੜੇ ਵਿੱਚ ਕੋਰੋਨਾ ਦੇ ਨਵੇਂ ਸਟ੍ਰੇਨ ਨਾਲ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਹੈ, ਉਹਨਾਂ ਦੇ ਯਾਤਰਾ ਰਿਕਾਰਡ ਦਾ ਪਤਾ ਨਹੀਂ ਚੱਲ ਪਾਇਆ। ਫਿਲਹਾਲ ਇਹ ਜੋੜਾ ਮੈਡੀਕਲ ਪ੍ਰੋਟੋਕੋਲ ਦੇ ਤਹਿਤ ਸੈਲਫ ਆਈਸੋਲੇਸ਼ਨ ਵਿੱਚ ਹੈ। ਡਾਕਟਰ ਯਾਫ ਨੇ ਦੱਸਿਆ ਕਿ ਨਵੇਂ ਕੋਰੋਨਾ ਵਾਇਰਸ ਸਟ੍ਰੇਨ ਦਾ ਪਤਾ ਚੱਲਣ ਤੋਂ ਬਾਅਦ ਸਾਵਧਾਨੀ ਦੇ ਤੌਰ ਤੇ ਓਨਟਾਰੀਓ ਵਿੱਚ ਤਾਲਾਬੰਦੀ ਕਰ ਦਿੱਤੀ ਗਈ ਹੈ, ਜੋ ਸ਼ਨੀਵਾਰ ਸਥਾਨਕ ਸਮੇਂ ਮੁਤਾਬਕ 1 ਵਜੇ ਲਾਗੂ ਹੋਈ। ਭਾਰਤ ਸਰਕਾਰ ਵੱਲੋਂ ਲਿਆਂਦੇ ਖੇਤੀ ਸੰਬੰਧੀ ਕਾਨੂੰਨਾਂ ਦਾ ਭਾਰੀ ਵਿਰੋਧ ਹੋ ਰਿਹਾ ਹੈ। ਇਸ ਸੰਘਰਸ਼ ਦੀ ਸ਼ੁਰੂਆਤ ਪੰਜਾਬ ਤੋਂ ਹੋਈ। ਦੇਸ਼ ਦੇ ਲਗਭਗ ਹਰ ਪ੍ਰਦੇਸ਼ ਵਿੱਚ ਇਸ ਕਿਸਾਨ ਸੰਘਰਸ਼ ਜੋ ਕਿ ਦਿੱਲੀ ਵਿਖੇ ਹੋ ਰਿਹਾ ਹੈ ਦਾ ਸਮਰਥਨ ਕੀਤਾ ਜਾ ਰਿਹਾ ਹੈ। ਜਿੱਥੇ ਦੇਸ਼ ਦੇ ਕਿਸਾਨ ਏਕਤਾ ਦਿਖਾ ਰਹੇ ਨੇ, ਉੱਥੇ ਵਿਦੇਸ਼ਾਂ ਤੋਂ ਵੀ ਸੰਘਰਸ਼ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ। ਆਸਟ੍ਰੇਲੀਆ ਦੇ ਕੁਇਨਜ਼ਲੈਂਡ ਸੂਬੇ ਦੇ ਸ਼ਹਿਰ ਬ੍ਰਿਸਬੇਨ ਵਿਖੇ ਕਿਸਾਨ ਯੂਨਿਟੀ ਕਲੱਬ ਦੇ ਸੱਦੇ ਤੇ ਵਿਸ਼ਾਲ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹ ਧਰਨਾ 28 ਦਸੰਬਰ ਨੂੰ ਸੋਮਵਾਰ ਕਿੰਗ ਜਾਰਜ ਸਕੁਐਰ ਸਿਟੀ ਹਾਲ ਵਿਖੇ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇ ਕਲੱਬ ਦੇ ਮੈਂਬਰਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸੰਘਰਸ਼ ਦਾ ਭਰਪੂਰ ਸਾਥ ਦੇਣ ਅਤੇ ਸ਼ਾਂਤੀ ਬਣਾਈ ਰੱਖਣ। ਉਹਨਾਂ ਇਹ ਵੀ ਅਪੀਲ ਕੀਤੀ ਕਿ ਇਸ ਦੌਰਾਨ ਸੋਸ਼ਲ ਡਿਸਟੈਂਸਿੰਗ ਦਾ ਵੀ ਧਿਆਨ ਰੱਖਿਆ ਜਾਵੇ। ਇੰਡੀਅਨ ਪੁਲਿਸ ਵਿੱਚ ਇੱਕ ਕਾਲੇ ਮੂਲ ਦੀ ਮਹਿਲਾ ਡਾਕਟਰ ਜਿਸ ਦੀ ਇੱਕ ਹਸਪਤਾਲ ਵਿੱਚ ਕੋਰੋਨਾ ਵਾਇਰਸ ਨਾਲ ਲੜਦਿਆਂ ਮੌਤ ਹੋ ਗਈ ਸੀ ਨੇ ਮਰਨ ਤੋਂ ਪਹਿਲਾਂ ਇੱਕ ਵੀਡੀਓ ਰਾਹੀਂ ਉਸ ਦੀ ਬਲੈਕ ਜਾਤੀ ਕਾਰਨ ਇੰਡੀਆਨਾ ਦੇ ਇੱਕ ਹਸਪਤਾਲ ਤੇ ਬਦਸਲੂਕੀ ਅਤੇ ਸਹੀ ਦੇਖਭਾਲ ਵਿੱਚ ਦੇਰੀ ਕਰਨ ਦੇ ਇਲਜ਼ਾਮ ਲਗਾਏ ਹਨ। ਇਸ ਮਾਮਲੇ ਵਿੱਚ ਡਾਕਟਰ ਸੂਜ਼ਨ ਮੂਰ ਦੀ ਮੌਤ 20 ਦਸੰਬਰ ਨੂੰ ਕੋਰੋਨਾ ਵਾਇਰਸ ਨਾਲ ਹੋਈ ਸੀ ਅਤੇ ਇਸ ਤੋਂ ਪਹਿਲਾਂ ਉਸਨੇ IU ਹੈਲਥ ਨਾਰਥ ਅਤੇ ਬਾਅਦ ਵਿੱਚ ਅਸੈਂਸੀਅਨ ਸੇਂਟ ਵਿਨਸੈਂਟ ਕੋਰਲ ਇੰਡੀਆਨਾ ਵਿੱਚ ਆਪਣਾ ਇਲਾਜ ਚਾਲੂ ਕਰਵਾਇਆ ਸੀ। ਇਸ ਦੌਰਾਨ IU ਹੈਲਥ ਹਸਪਤਾਲ ਵਿੱਚ ਪ੍ਰਦਾਨ ਕੀਤੀਆਂ ਦੇਖਭਾਲ ਸਹੂਲਤਾਂ ਸੰਬੰਧੀ ਆਪਣੀਆਂ ਸ਼ਿਕਾਇਤਾਂ ਨੂੰ ਉਸਨੇ ਵੀਡੀਓ ਰਾਹੀਂ ਫੇਸਬੁੱਕ ਤੇ ਅਪਡੇਟ ਕੀਤਾ ਸੀ। 4 ਦਸੰਬਰ ਨੂੰ ਉਸਨੇ ਦੱਸਿਆ ਸੀ ਕਿ ਹਸਪਤਾਲ 'ਚ ਇਲਾਜ ਵਿੱਚ ਦੇਰੀ ਉਸਦੀ ਚਮੜੀ ਦੇ ਰੰਗ ਤੋਂ ਪ੍ਰਭਾਵਿਤ ਸੀ। ਆਪਣੇ ਫੇਸਬੁੱਕ ਪੇਜ ਤੇ ਪੋਸਟ ਕੀਤੀ ਗਈ 7.5 ਮਿੰਟ ਦੀ ਇਸ ਵੀਡੀਓ ਵਿੱਚ ਮੂਰ ਨੇ IU ਹਸਪਤਾਲ ਦੀ ਨਿਰਾਸ਼ਾਜਨਕ ਸਿਹਤ ਪ੍ਰਣਾਲੀ ਦੀ ਗੱਲ ਕੀਤੀ। ਮੂਰ ਅਨੁਸਾਰ ਉਸਦੀ ਗਰਦਨ ਦੇ ਦਰਦ ਦੀਆਂ ਸ਼ਿਕਾਇਤਾਂ ਦੀ ਅਣਦੇਖੀ ਕਰਨ ਦੇ ਨਾਲ ਡਾਕਟਰ ਦੁਆਰਾ ਉਸਨੂੰ ਦਰਦ ਦੀ ਦਵਾਈ ਮੁਹੱਈਆ ਕਰਵਾਉਣ ਤੋਂ ਇਨਕਾਰ ਕੀਤਾ ਗਿਆ। 7 ਦਸੰਬਰ ਨੂੰ IU ਹੈਲਥ ਤੋਂ ਛੁੱਟੀ ਮਿਲਣ ਤੋਂ ਬਾਅਦ ਮੂਰ ਨੂੰ ਦੁਬਾਰਾ ਬਿਮਾਰ ਹੋਣ ਤੇ ਦੂਜੇ ਹਸਪਤਾਲ ਅਸੈਂਸੀਅਨ ਸੇਂਟ ਵਿੱਚ ਦਾਖਲ ਕਰਵਾਇਆ ਗਿਆ ਸੀ। ਮੂਰ ਦੀ ਦੇਖਭਾਲ ਵਿੱਚ ਤਬਦੀਲੀ ਦੇ ਬਾਵਜੂਦ ਲਗਾਤਾਰ ਵਿਗੜਦੀ ਹਾਲਤ ਕਾਰਨ ਅਖੀਰ ਇਲਾਜ ਤੋਂ 3 ਹਫ਼ਤੇ ਬਾਅਦ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ। ਦਸ਼ਮੇਸ਼ ਪਿਤਾ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਦੁਨੀਆ ਭਰ ਵਿੱਚ ਖਾਲਸਾ ਪੰਥ ਦਾ ਨਿਸ਼ਾਨ ਸਾਹਿਬ ਝੂਲ ਰਿਹਾ ਹੈ। ਸਾਡੇ ਮਹਾਨ ਸਿੱਖ ਧਰਮ ਨੂੰ ਵਿਦੇਸ਼ਾਂ ਵਿੱਚ ਰਜਿਸਟਰਡ ਕਰਵਾਉਣ ਲਈ ਗੁਰੂ ਦੀਆਂ ਲਾਡਲੀਆਂ ਫੌਜਾਂ ਸਦਾ ਹੀ ਤਤਪਰ ਹਨ। ਇਸ ਕਾਰਵਾਈ ਵਿੱਚ ਸਿੱਖ ਸੰਗਤ ਲਈ ਖੁਸ਼ੀ ਦੀ ਵੱਡੀ ਖਬਰ ਉਦੋਂ ਆਈ ਜਦੋਂ ਯੂਰਪ ਦੇ ਸੁਨੱਖੇ ਦੇਸ਼ ਆਸਟਰੀਆ ਵਿੱਚ ਸਾਡਾ ਮਹਾਨ ਸਿੱਖ ਧਰਮ ਆਸਟਰੀਆ ਦੀ ਸਿੱਖ ਨੌਜਵਾਨ ਸਭਾ ਦੀਆਂ ਅਣਥੱਕ ਕੋਸ਼ਿਸ਼ਾਂ ਦੇ ਸਦਕੇ ਰਜਿਸਟਰਡ ਹੋ ਗਿਆ। ਸਿੱਖ ਨੌਜਵਾਨ ਸਭਾ ਨੇ ਆਸਟਰੀਆ ਵਿੱਚ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਲਈ ਨਵੰਬਰ 2019 ਤੋਂ ਕਾਰਵਾਈ ਸ਼ੁਰੂ ਕੀਤੀ ਸੀ। ਮਹਿਜ਼ 13 ਮਹੀਨਿਆਂ ਦੀ ਘਾਲਣਾ ਦੇ ਬਾਅਦ 17 ਦਸੰਬਰ 2020 ਨੂੰ ਉਹਨਾਂ ਨੂੰ ਸਿੱਖ ਧਰਮ ਦੇ ਆਸਟਰੀਆ ਵਿੱਚ ਰਜਿਸਟਰਡ ਹੋਣ ਦਾ ਸਰਟੀਫਿਕੇਟ ਮਿਲ ਗਿਆ। 23 ਦਸੰਬਰ 2020 ਤੋਂ ਆਸਟਰੀਆ ਵਿੱਚ ਜਨਮ ਲੈਣ ਵਾਲੇ ਸਿੱਖ ਸਮਾਜ ਦੇ ਬੱਚੇ ਦੇ ਜਨਮ ਸਰਟੀਫਿਕੇਟ ਵਿੱਚ ਉਸ ਦਾ ਧਰਮ ਸਿੱਖ ਲਿਖਵਾਉਣ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਹੁਣ ਆਸਟਰੀਆ ਦੀਆਂ ਸਿੱਖ ਸੰਗਤਾਂ ਇਸ ਗੱਲ ਵੱਲ ਧਿਆਨ ਦੇਣ ਕਿ ਬੱਚੇ ਦੇ ਜਨਮ ਤੋਂ ਬਾਅਦ ਉਸ ਦੇ ਜਨਮ ਸਰਟੀਫਿਕੇਟ ਉੱਤੇ ਉਸ ਦਾ ਧਰਮ ਸਿੱਖ ਧਰਮ ਲਿਖਵਾਉਣਾ ਨਾ ਭੁੱਲਣ। ਇਸ ਇਤਿਹਾਸਕ ਕਾਰਵਾਈ ਨਾਲ ਆਸਟਰੀਆ ਯੂਰਪ ਦਾ ਪਹਿਲਾ ਅਜਿਹਾ ਦੇਸ਼ ਬਣ ਗਿਆ ਹੈ ਜਿੱਥੇ ਕਿ ਸਿੱਖ ਧਰਮ ਰਜਿਸਟਰਡ ਹੋਇਆ ਹੈ ਤੇ ਉਹ ਵੀ ਇੰਨੇ ਘੱਟ ਸਮੇਂ ਵਿੱਚ, ਜਦੋਂ ਕਿ ਯੂਰਪ ਦੇ ਕਈ ਹੋਰ ਦੇਸ਼ਾਂ ਵਿੱਚ ਪਿਛਲੇ 2 ਦਹਾਕਿਆਂ ਤੋਂ ਸਿੱਖ ਆਗੂ ਸਿੱਖ ਧਰਮ ਰਜਿਸਟਰਡ ਕਰਵਾਉਣ ਲਈ ਯਤਨਸ਼ੀਲ ਹਨ, ਪਰ ਹਾਲੇ ਤੱਕ ਉਹ ਇਸ ਕਾਰਵਾਈ ਨੂੰ ਨੇਪਰੇ ਯਤਨਸ਼ੀਲ ਹਨ। ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਹੁਣ ਯੂਰਪ ਦੇ ਹੋਰ ਦੇਸ਼ਾਂ ਵਿੱਚੋਂ ਵੀ ਸਿੱਖ ਸੰਗਤਾਂ ਨੂੰ ਸਿੱਖ ਧਰਮ ਰਜਿਸਟਰਡ ਹੋਣ ਦੀ ਖੁਸ਼ੀ ਵਾਲੀਆਂ ਖਬਰਾਂ ਜਲਦ ਮਿਲਣਗੀਆਂ। ਜ਼ਿਕਰਯੋਗ ਹੈ ਕਿ ਮਹਾਨ ਸਿੱਖ ਧਰਮ ਦਾ 15ਵੀਂ ਸਦੀ ਵਿੱਚ ਦੱਖਣੀ ਏਸ਼ੀਆ ਦੇ ਪੰਜਾਬ ਤੋਂ ਆਗਾਜ਼ ਹੋਇਆ ਸੀ ਤੇ ਅੱਜ ਦੁਨੀਆ ਦੇ ਵੱਡੇ ਧਰਮਾਂ ਵਿੱਚ ਨਵਾਂ ਧਰਮ ਹੋਣ ਦੇ ਬਾਵਜੂਦ ਵੀ ਦੁਨੀਆ ਦਾ 5ਵਾਂ ਸਭ ਤੋਂ ਵੱਡਾ ਧਰਮ ਹੈ, ਜਿਸ ਨੂੰ ਮੰਨਣ ਵਾਲਿਆਂ ਦੀ ਗਿਣਤੀ ਕਰੀਬ 28 ਮਿਲੀਅਨ ਹੈ। ਨਿਊਜ਼ੀਲੈਂਡ ਦੀ ਸਰਹੱਦ ਤੇ ਪਿਛਲੇ 4 ਦਿਨਾਂ ਵਿੱਚ ਕੋਵਿਡ-19 ਦੇ 16 ਨਵੇਂ ਕੇਸ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਨੇ ਐਤਵਾਰ ਨੂੰ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ। ਕੋਵਿਡ-19 ਕੇਸ ਨੰਬਰਾਂ ਤੇ ਮੰਤਰਾਲੇ ਦਾ ਆਖਰੀ ਮੀਡੀਆ ਬਿਆਨ ਬੁੱਧਵਾਰ ਨੂੰ ਆਇਆ ਸੀ। ਮੰਤਰਾਲੇ ਨੇ ਕਿਹਾ ਕਿ 4 ਦਿਨਾਂ ਦੀ ਮਿਆਦ ਦੇ ਦੌਰਾਨ ਪ੍ਰਤੀ ਦਿਨ ਔਸਤਨ 4 ਮਾਮਲੇ ਸਾਹਮਣੇ ਆਏ ਹਨ।
ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਕਮਿਊਨਿਟੀ ਵਿੱਚ ਕੋਵਿਡ-19 ਦਾ ਕੋਈ ਨਵਾਂ ਕੇਸ ਨਹੀਂ ਸੀ, ਪਰ 7 ਮਹੀਨੇ ਪਹਿਲਾਂ ਕਮਿਊਨਿਟੀ ਵਿੱਚ ਇੱਕ ਇਤਿਹਾਸਕ ਮਾਮਲਾ ਸਾਹਮਣੇ ਆਇਆ ਸੀ। ਮੰਤਰਾਲੇ ਨੇ ਕਿਹਾ ਕਿ ਨਿਊਜ਼ੀਲੈਂਡ ਵਿੱਚ ਮੌਜੂਦਾ ਸਮੇਂ ਐਕਟਿਵ ਮਾਮਲਿਆਂ ਦੀ ਗਿਣਤੀ 50 ਹੈ ਤੇ ਕੋਵਿਡ-19 ਦੇ ਪੁਸ਼ਟੀਕਰਨ ਮਾਮਲਿਆਂ ਦੀ ਕੁੱਲ ਗਿਣਤੀ 1788 ਹੋ ਗਈ ਹੈ। ਜਾਣਕਾਰੀ ਮੁਤਾਬਕ ਹੁਣ ਤੱਕ ਲੈਬੋਰੇਟਰੀਆਂ ਦੁਆਰਾ ਦੇਸ਼ ਵਿੱਚ ਕੀਤੇ ਟੈਸਟਾਂ ਦੀ ਗਿਣਤੀ 1,94,812 ਤੱਕ ਪਹੁੰਚ ਚੁੱਕੀ ਹੈ। ਗਰਮੀ ਦੀਆਂ ਛੁੱਟੀਆਂ ਦੇ ਬ੍ਰੇਕ ਦੌਰਾਨ ਮੰਤਰਾਲਾ ਸਾਰੇ ਨਿਊਜ਼ੀਲੈਂਡ ਵਾਸੀਆਂ ਨੂੰ ਇੱਕ ਦੂਜੇ ਨੂੰ ਸੁਰੱਖਿਅਤ ਰੱਖਣ ਅਤੇ ਸੰਪਰਕ ਦਾ ਪਤਾ ਲਗਾਉਣ ਦੀ ਯਾਦ ਦਿਵਾ ਰਿਹਾ ਹੈ। ਨਿਊਜ਼ੀਲੈਂਡ ਇਸ ਸਮੇਂ ਕੋਵਿਡ-19 ਅਲਰਟ ਪੱਧਰ 1 ਤੇ ਹੈ, ਜਿਸ ਵਿੱਚ ਇਕੱਠ ਕਰਨ ਤੇ ਕੋਈ ਰੋਕ ਨਹੀਂ ਹੈ। ਵਿਸ਼ਵ ਸਿਹਤ ਸੰਗਠਨ WHO ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਯੂਰਪ ਦੇ 8 ਦੇਸ਼ਾਂ ਵਿੱਚ ਪੁੱਜ ਗਿਆ ਹੈ। ਇਹ ਨਵੇਂ ਪ੍ਰਕਾਰ ਦਾ ਵਾਇਰਸ ਨੌਜਵਾਨਾਂ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ। ਬ੍ਰਿਟੇਨ ਵਿੱਚ ਪਿਛਲੇ ਹਫ਼ਤੇ ਵਾਇਰਸ ਦਾ ਇਹ ਨਵਾਂ ਰੂਪ ਮਿਲਿਆ ਸੀ। ਇਸ ਪਿੱਛੋਂ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਨੇ ਇਸ ਦੇਸ਼ ਲਈ ਉਡਾਣਾਂ ਤੇ ਰੋਕ ਲਗਾ ਦਿੱਤੀ। ਕੋਰੋਨਾ ਦੀ ਇਹ ਨਵੀਂ ਕਿਸਮ 70% ਜ਼ਿਆਦਾ ਪ੍ਰਭਾਵ ਪਾਉਣ ਵਾਲੀ ਦੱਸੀ ਜਾ ਰਹੀ ਹੈ। WHO ਦੇ ਯੂਰਪ ਮਾਮਲਿਆਂ ਦੇ ਡਾਇਰੈਕਟਰ ਹੰਸ ਕਲੂਜ਼ ਨੇ ਦੱਸਿਆ ਹੈ ਕਿ ਸੰਯੁਕਤ ਰਾਸ਼ਟਰ ਦੀ ਇਹ ਸਿਹਤ ਏਜੰਸੀ ਹਾਲਾਤ ਤੇ ਨਿਰੰਤਰ ਨਜ਼ਰ ਰੱਖ ਰਹੀ ਹੈ। ਪੁਰਾਣੇ ਕੋਰੋਨਾ ਵਾਇਰਸ ਦੀ ਤੁਲਨਾ ਵਿੱਚ ਇਹ ਨਵਾਂ ਸਟ੍ਰੇਨ ਨੌਜਵਾਨਾਂ ਨੂੰ ਤੇਜ਼ੀ ਨਾਲ ਆਪਣੀ ਲਪੇਟ ਵਿੱਚ ਲੈ ਰਿਹਾ ਹੈ। ਉਹਨਾਂ ਇੱਕ ਟਵੀਟ ਵਿੱਚ ਕਿਹਾ ਕਿ ਅੱਜ ਤੱਕ 8 ਯੂਰਪੀ ਦੇਸ਼ਾਂ ਵਿੱਚ ਕੋਰੋਨਾ ਦੇ ਨਵੇਂ ਵੇਰੀਐਂਟ ਦੀ ਪਛਾਣ ਕੀਤੀ ਗਈ ਹੈ। ਅਜਿਹੇ ਸਮੇਂ ਬਚਾਅ ਲਈ ਮੌਜੂਦਾ ਉਪਾਵਾਂ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਮਾਸਕ ਪਾਉਣ ਅਤੇ ਸਰੀਰਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਨਾ ਮਹੱਤਵਪੂਰਨ ਹੈ। ਬ੍ਰਿਟੇਨ ਵਿੱਚ ਪਿਛਲੇ ਹਫ਼ਤੇ ਸਭ ਤੋਂ ਪਹਿਲੇ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦੀ ਪਛਾਣ ਕੀਤੀ ਗਈ ਸੀ। ਤਦ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਸੀ ਕਿ ਪੁਰਾਣੇ ਕੋਰੋਨਾ ਦੇ ਮੁਕਾਬਲੇ ਇਹ ਨਵਾਂ ਵੇਰੀਐਂਟ ਤੇਜ਼ੀ ਨਾਲ ਫੈਲਦਾ ਨਜ਼ਰ ਆ ਰਿਹਾ ਹੈ। ਫਰਾਂਸ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦਾ ਪਹਿਲਾ ਮਾਮਲਾ ਮਿਲਿਆ ਹੈ। ਸਥਾਨਕ ਮੀਡੀਆ ਨੇ ਸਿਹਤ ਮੰਤਰਾਲੇ ਦੇ ਹਵਾਲੇ ਨਾਲ ਦੱਸਿਆ ਕਿ ਟੂਰਸ ਸ਼ਹਿਰ ਵਿੱਚ ਫਰਾਂਸੀਸੀ ਨਾਗਰਿਕਾਂ ਨੂੰ ਕੋਰੋਨਾ ਦੇ ਨਵੇਂ ਸਟ੍ਰੇਨ ਤੋਂ ਪ੍ਰਭਾਵਿਤ ਪਾਇਆ ਗਿਆ। ਉਹ ਹਾਲ ਹੀ ਵਿੱਚ ਬ੍ਰਿਟੇਨ ਤੋਂ ਪਰਤੇ ਸਨ। ਖਬਰ ਏਜੰਸੀ IANS ਅਨੁਸਾਰ ਕੋਰੋਨਾ ਦੇ ਨਵੇਂ ਸਟ੍ਰੇਨ ਨੂੰ ਲੈ ਕੇ ਪੱਛਮੀ ਏਸ਼ੀਆ ਵਿੱਚ ਵੀ ਡਰ ਦਾ ਮਾਹੌਲ ਹੈ। ਇਸ ਖੇਤਰ ਦੇ ਕਈ ਦੇਸ਼ਾਂ ਵਿੱਚ ਰੋਕਥਾਮ ਦੇ ਉਪਾਵਾਂ ਨੂੰ ਸਖਤ ਕਰ ਦਿੱਤਾ ਗਿਆ ਹੈ। ਇਰਾਕ ਨੇ ਬ੍ਰਿਟੇਨ, ਦੱਖਣੀ ਅਫਰੀਕਾ, ਆਸਟ੍ਰੇਲੀਆ, ਡੈਨਮਾਰਕ, ਨੀਦਰਲੈਂਡ, ਬੈਲਜੀਅਮ, ਈਰਾਨ, ਜਾਪਾਨ ਦੀ ਯਾਤਰਾ ਤੇ ਰੋਕ ਲਗਾ ਦਿੱਤੀ। ਤੁਰਕੀ ਵਿਦੇਸ਼ ਤੋਂ ਆਉਣ ਵਾਲਿਆਂ ਲਈ ਨੈਗੇਟਿਵ ਟੈਸਟ ਲਾਜ਼ਮੀ ਕਰਨ ਜਾ ਰਿਹਾ ਹੈ। ਇਜ਼ਰਾਈਲ ਵਿੱਚ ਵੀ ਐਤਵਾਰ ਤੋਂ ਦੇਸ਼ ਪੱਧਰੀ ਲਾਕਡਾਊਨ ਲਗਾ ਦਿੱਤਾ ਗਿਆ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਬਰੁਣ ਕੌਰ ਮਾਨ ਨੂੰ ਦਿਓ ਆਗਿਆ। ਤੁਸੀਂ ਬਣੇ ਰਹੋ ਪੰਜਾਬ ਮੇਲ USA TV ਦੇ ਨਾਲ। ਸਤਿ ਸ੍ਰੀ ਅਕਾਲ।